Hello everyone, this is Jasmeet and I welcome you all to Multidiverse Academy. So friends, ਜਿਵੇਂ ਕਿ ਸਾਨੂੰ ਪਤਾ ਹੈ ਸਾਡੀ ਐਨਟੀਟੀ ਦੇ ਐਗਜ਼ਾਮ 'ਚ CDP ਕਿੰਨੀ ਇੰਪੋਰਟੈਂਸ ਰੱਖਦੀ ਹੈ ਐਂਡ ਇਸ ਚੈਨਲ ਤੇ ਅਸੀਂ CDP ਤੋਂ ਰਿਲੇਟਡ ਹੀ ਕਨਸੈਪਟ ਸਾਰੇ ਸਮਝ ਰਹੇ ਨੇ ਨਾਲ ਦੇ ਨਾਲ ਕੁਐਸਚਨਸ ਵੀ ਪ੍ਰੈਕਟਿਸ ਕਰ ਰਹੇ ਨੇ ਐਂਡ ਹਲੇ ਤੱਕ ਅਸੀਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦਾ ਇੱਕ ਬਹੁਤ ਹੀ ਇੰਪੋਰਟੈਂਟ ਕਨਸੈਪਟ ਸਮਝਿਆ ਸੀ ਜੋ ਕਿ ਹੈ ਗਰੋਥ ਐਂਡ ਡਿਵੈਲਪਮੈਂਟ। ਅੱਜ ਅਸੀਂ ਇੱਕ ਹੋਰ ਕਨਸੈਪਟ ਸਮਝਾਂਗੇ ਇੱਕ ਦੂਜੇ ਪਾਰਟ 'ਚ ਜੋ ਕਿ ਹੈ ਸਾਡਾ curriculum of pre-primary and teaching learning process। ਹੁਣ ਹੈ ਸਾਡਾ ਪਾਰਟ F ਜਿਹਦੇ ਵਿੱਚੋਂ ਸਾਡੇ ਬਹੁਤ ਟੌਪਿਕਸ ਨੇ curriculum, ICT ਦੀ ਇੰਪੋਰਟੈਂਸ ਐਂਡ ਅੱਜ ਦੀ ਵੀਡੀਓ 'ਚ ਅਸੀਂ ਕਵਰ ਕਰਨ ਵਾਲੇ ਨੇ learning and teaching। ਇਹਦੇ ਵਿੱਚੋਂ ਅਸੀਂ ਲਰਨਿੰਗ ਕਨਸੈਪਟ ਸਮਝਾਂਗੇ ਐਂਡ ਇਸ ਦੇ ਰਿਲੇਟਡ ਅਸੀਂ ਕੁਐਸਚਨਸ ਵੀ ਬਹੁਤ ਸਾਰੇ ਪ੍ਰੈਕਟਿਸ ਕਰਾਂਗੇ ਤਾਂ ਕਿ ਪੂਰਾ ਕਨਸੈਪਟ ਤੁਹਾਨੂੰ ਕਲੀਅਰ ਹੋ ਜਾਏ। ਐਂਡ ਹੁਣ ਫਰੈਂਡਸ ਮੈਨੂੰ ਸਟਾਰਟਿੰਗ 'ਚ ਹੀ ਕਹਿਣਾ ਪੜਿਆ ਕਿ ਵੀਡੀਓਜ਼ ਤਾਂ ਹਰ ਕੋਈ ਦੇਖ ਰਿਹਾ ਪਰ ਚੈਨਲ ਸਬਸਕ੍ਰਿਪਸ਼ਨ ਕੋਈ ਨਹੀਂ ਕਰ ਰਿਹਾ ਸੋ ਪਲੀਜ਼ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਵੀ ਕਰੋ ਐਂਡ ਸ਼ੇਅਰ ਕਰੋ ਆਪਣੇ ਫਰੈਂਡਸ ਨਾਲ ਐਂਡ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕਨਸੈਪਟ ਸਮਝ ਆ ਰਹੇ ਹੈ ਜਾਂ ਨਹੀਂ। ਸੋ ਸ਼ੁਰੂਆਤ ਕਰਦੇ ਹਾਂ। ਲਰਨਿੰਗ ਕੀ ਹੁੰਦਾ ਹੈ ਸਾਡਾ ਸਿੱਖਣਾ, ਅਸੀਂ ਕੋਈ ਵੀ ਚੀਜ਼ ਸਿੱਖ ਰਹੇ ਹਾਂ ਉਸ ਨੂੰ ਲਰਨਿੰਗ ਕਹਿੰਦੇ ਨੇ ਐਂਡ ਉਸ ਤੋਂ ਰਿਲੇਟਡ ਅਸੀਂ ਦੇਖਾਂਗੇ ਕਿ ਲਰਨਿੰਗ ਐਂਡ ਉਸਦੀ ਵਿਸ਼ੇਸ਼ਤਾਵਾਂ ਉਸਦੇ ਕਰੈਕਟਰਿਸਟਿਕਸ ਕੀ ਨੇ। ਸੋ ਸਭ ਤੋਂ ਪਹਿਲਾਂ ਹੁਣ ਸਾਨੂੰ ਕਿਵੇਂ ਪਤਾ ਲੱਗੂਗਾ ਕਿ ਕਿਸੇ ਮਨੁੱਖ 'ਚ ਲਰਨਿੰਗ ਹੋਈ ਹੈ ਤਾਂ ਜੇ ਉਹਦੇ ਵਿਵਹਾਰ 'ਚ ਕੋਈ ਵੀ ਚੇਂਜ ਆਇਆ ਹੈ ਸੋ ਉਸ ਨੂੰ ਅਸੀਂ ਕਹਿੰਦੇ ਨੇ ਲਰਨਿੰਗ। ਸਿੱਖਿਆ ਵਿਵਹਾਰ ਵਿੱਚ ਮੁਕਾਬਲਤਨ ਸਥਾਈ ਤਬਦੀਲੀ ਹੈ ਯਾਨੀ ਕਿ ਮਨੁੱਖ ਦੇ ਸਰੀਰ 'ਚ ਕੋਈ ਵੀ ਸਾਨੂੰ ਲੱਗਦਾ ਹੈ ਕਿ ਰਿਲੇਟਿਵਲੀ ਪਰਮਾਨੈਂਟ ਚੇਂਜ ਆਇਆ ਤਾਂ ਅਸੀਂ ਕਹਿੰਦੇ ਆ ਕਿ ਲਰਨਿੰਗ ਹੋਈ ਹੈ ਜਾਂ ਫਿਰ ਉਸਦੇ ਵਿਵਹਾਰ ਵਿੱਚ ਵੀ ਸ਼ੋਧ ਹੋਇਆ ਮੋਡੀਫਿਕੇਸ਼ਨ ਆਫ ਬਿਹੇਵੀਅਰ। ਉਸ ਤੋਂ ਬਾਅਦ ਤੁਹਾਨੂੰ ਕਦੇ-ਕਵਾਰ ਪੇਪਰ 'ਚ ਸਿੱਧਾ ਪੁੱਛਿਆ ਜਾ ਸਕਦਾ ਹੈ ਕਿ ਇਹ ਡੈਫੀਨੇਸ਼ਨ ਲਰਨਿੰਗ ਦੀ ਕਿਸਨੇ ਕੀ ਹੈ ਕਿਸਨੇ ਦਿੱਤੀ ਹੈ ਸੋ ਤੁਹਾਨੂੰ ਇਹ ਨਾਮ ਪਤਾ ਹੋਣੇ ਚਾਹੀਦੇ ਜਿੱਦਾਂ ਸਕਿਨਰ, ਕ੍ਰੋ ਐਂਡ ਕ੍ਰੋ, ਈਏ ਪੀਲ ਇਹਨਾਂ ਨੇ ਕਾਫੀ ਡੈਫੀਨੇਸ਼ਨਸ ਦਿੱਤੀ ਕਿ ਜਿੱਦਾਂ ਸਕਿਨਰ ਕਹਿੰਦਾ ਸੀ ਲਰਨਿੰਗ ਕੀ ਹੈ ਪ੍ਰੋਸੈਸ ਆਫ ਪ੍ਰੋਗਰੈਸਿਵ ਬਿਹੇਵੀਅਰ ਅਡੈਪਟੇਸ਼ਨ। then crow and crow ਕਹਿੰਦਾ ਸੀ learning is the acquisition of habits, knowledge and attitudes and ਇਹ ਪੀਲ ਕਹਿੰਦਾ ਸੀ ਕਿ learning ਉਹ ਚੀਜ਼ ਹੈ ਜੋ ਕਿ environment ਕਰਕੇ ਤਬਦੀਲੀ ਆ ਰਹੀ ਹੈ। ਸੋ ਇਹ ਡੈਫੀਨੇਸ਼ਨਸ ਵੀ ਤੁਹਾਨੂੰ ਯਾਦ ਕਰਨੀਆਂ ਪੈਣੀਆਂ ਕਦੇ-ਕਵਾਰ ਤੁਹਾਨੂੰ ਪੇਪਰ 'ਚ ਸਿੱਧਾ ਇਹ ਪੁੱਛੀਆਂ ਵੀ ਜਾ ਸਕਦੀਆਂ। ਸੋ ਹੁਣ ਸਾਡਾ ਸਭ ਤੋਂ ਪਹਿਲਾ ਨੇਚਰ ਆਫ ਲਰਨਿੰਗ 'ਚ ਹੈਗਾ ਲਰਨਿੰਗ ਇਜ਼ ਅ ਲਾਈਫ ਲੌਂਗ ਪ੍ਰੋਸੈਸ ਯਾਨੀ ਕਿ ਸਾਰੀ ਉਮਰ ਲਰਨਿੰਗ ਸਾਡੀ ਚੱਲਦੀ ਰਹਿੰਦੀ ਹੈ ਜਦ ਤੋਂ ਅਸੀਂ ਜਨਮ ਲੈਂਦੇ ਆ ਤਦ ਤੋਂ ਲੈ ਕੇ ਬੁਢਾਪੇ ਤੱਕ ਜਾਂ ਮਰਦੇ ਨਹੀਂ ਤਦ ਤੱਕ ਸਾਡੀ ਲਰਨਿੰਗ ਹਮੇਸ਼ਾ ਕੰਟੀਨਿਊਸ ਹਮੇਸ਼ਾ ਚੱਲਦੀ ਰਹਿੰਦੀ ਹੈ। ਲਰਨਿੰਗ ਇਜ਼ ਯੂਨੀਵਰਸਲ ਯਾਨੀ ਕਿ ਹਰ ਕੋਈ ਲਰਨਿੰਗ ਦੇ ਪ੍ਰੋਸੈਸ ਤੋਂ ਗੁਜ਼ਰਦਾ ਹੀ ਗੁਜ਼ਰਦਾ ਹੈ ਭਾਵੇਂ ਉਹ ਛੋਟਾ ਬੱਚਾ ਕਿਉਂ ਨਾ ਹੋ ਜਿੰਨਾ ਮਰਜ਼ੀ ਵੱਡਾ ਹੋ ਜਾਏ ਉਹ ਇਸ ਪ੍ਰੋਸੈਸ ਤੋਂ ਗੁਜ਼ਰੇਗਾ। ਇਨਫੈਕਟ ਜਿਹੜੇ ਜਾਨਵਰ ਹੈ ਜਾਂ ਹੋਰ ਪੰਛੀ ਜਾਨਵਰ ਵੀ ਹੈ ਉਹ ਵੀ ਸਾਰੇ ਲਰਨਿੰਗ ਦੇ ਪ੍ਰੋਸੈਸ ਤੋਂ ਗੁਜ਼ਰਦੇ ਨੇ ਸਭ ਲਈ ਐਪਲੀਕੇਬਲ ਹੁੰਦੀ ਹੈ। ਉਸ ਤੋਂ ਬਾਅਦ ਲਰਨਿੰਗ ਇਜ਼ ਐਡਜਸਟਮੈਂਟ ਐਂਡ ਅਡੈਪਟੇਸ਼ਨ ਯਾਨੀ ਕਿ ਜੇ ਅਸੀਂ ਕੁਝ ਸਿੱਖ ਰਹੇ ਹਾਂ ਸਾਡੇ ਵਿਵਹਾਰ 'ਚ ਤਬਦੀਲੀ ਆ ਰਿਹਾ ਉਹ ਸਾਡੇ ਫਾਇਦੇ ਲਈ ਹੈ ਉਹ ਸਾਨੂੰ ਮਾਹੌਲ 'ਚ ਐਡਜਸਟ ਹੋਣਾ ਸਾਡੀ ਸਰਾਊਂਡਿੰਗਸ 'ਚ ਉੱਠਣਾ ਬਹਿਣਾ ਸਿਖਾਉਂਦੀ ਹੈ ਸਾਨੂੰ ਦੱਸਦੀ ਹੈ ਕਿ ਕਿਵੇਂ ਅਸੀਂ ਅਡੈਪਟ ਹੋਣਾ। ਅਸੀਂ ਕੋਈ ਚੀਜ਼ ਸਿੱਖਦੇ ਵੀ ਹਾਂ ਤਾਂ ਅਸੀਂ ਇਸ ਲਈ ਵੀ ਸਿੱਖ ਰਹੇ ਹਾਂ ਕਿ ਅਸੀਂ ਕਿਵੇਂ ਸੁਸਾਇਟੀ 'ਚ ਬੈਠ ਸਕਦੇ ਹਾਂ ਐਡਜਸਟ ਹੋ ਸਕਦੇ ਹਾਂ ਲੋਕਾਂ ਨਾਲ ਘੁਲ ਮਿਲ ਸਕਦੇ ਹਾਂ। ਉਸ ਤੋਂ ਬਾਅਦ ਲਰਨਿੰਗ ਇਜ਼ ਪਰਮਾਨੈਂਟ ਯਾਨੀ ਕਿ ਜੇ ਮੈਂ ਕਹਿਦਾ ਨਾ ਕਿ ਕਈ ਵਾਰ ਅਸੀਂ ਇਹ ਕਹਿ ਦਿੰਦੇ ਯਾਰ ਬੁਖਾਰ ਕਰਕੇ ਨਾ ਮੇਰੇ 'ਚ ਇਹ ਤਬਦੀਲੀ ਆਈ ਹੈ ਚੇਂਜ ਆਇਆ ਤਾਂ ਇਸ ਨੂੰ ਅਸੀਂ ਲਰਨਿੰਗ ਨਹੀਂ ਕਹਿੰਦੇ। ਲਰਨਿੰਗ ਉਹ ਚੀਜ਼ ਹੈ ਜੋ ਕਿ ਸ਼ੋ ਕਰ ਰਹੀ ਹੈ ਇੱਕ ਪਰਮਾਨੈਂਟ ਚੇਂਜ ਸਾਡੇ ਸਰੀਰ 'ਚ ਸਾਡੇ ਬਿਹੇਵੀਅਰ 'ਚ। ਲਰਨਿੰਗ ਇਜ਼ ਟ੍ਰਾਂਸਫਰੇਬਲ ਇਹ ਅਸੀਂ ਟਾਈਪਸ ਆਫ ਲਰਨਿੰਗ 'ਚ ਵੀ ਕਵਰ ਕਰਾਂਗੇ। ਇਹ ਚੀਜ਼ ਕਹਿੰਦੀ ਹੈ ਕਿ ਜੇ ਅਸੀਂ ਕੋਈ ਚੀਜ਼ ਇੱਕ ਲਰਨਿੰਗ ਕਿਸੇ ਥਾਂ ਤੇ ਸਿੱਖੀ ਹੈ ਉਹੀ ਉਸੇ ਤਰ੍ਹਾਂ ਦੀ ਲਰਨਿੰਗ ਸਾਨੂੰ ਦੂਜੀ ਜਗ੍ਹਾ ਤੇ ਵੀ ਹੈਲਪ ਕਰਦੀ ਹੈ। ਲਰਨਿੰਗ ਇਜ਼ ਨਾਟ ਡਾਇਰੈਕਟਲੀ ਆਬਜ਼ਰਵੇਬਲ ਯਾਨੀ ਕਿ ਹੁਣ ਸਾਨੂੰ ਕੀ ਪਤਾ ਕਿ ਮਨੁੱਖ 'ਚ ਕੀ ਲਰਨਿੰਗ ਹੋਈ ਹੈ ਕਿ ਉਸਦੇ ਵਿਵਹਾਰ 'ਚ ਚੇਂਜ ਆਇਆ ਤਦ ਹੀ ਪਤਾ ਲੱਗੇਗਾ। ਜਿਵੇਂ ਹੁਣ ਇੱਕ ਬੱਚਾ ਪੜ੍ਹੀ ਜਾ ਰਿਹਾ ਪਰ ਪਹਿਲਾਂ ਉਹਦੇ 15 ਨੰਬਰ ਆ ਰਹੇ ਸੀ ਜੇ ਉਸਦੇ 20 ਜਾਂ 25 ਨੰਬਰ ਆਏ ਤਾਂ ਮੈਨੂੰ ਪਤਾ ਲੱਗੂਗਾ ਸਾਨੂੰ ਪਤਾ ਲੱਗੂਗਾ ਕਿ ਹਾਂ
उसने सच लर्निंग की एंड उसके बिहेवियर च भी उसके नंबरां च भी चेंज आया, तो सानू इस तरह पता लगती है लर्निंग। उस तो बाद लर्निंग डिपेंड्स अपॉन एनवायरनमेंट, यानी कि जे ਅਸੀਂ ਸਿੱਖਦੇ ਵੀ ਹਾਂ ਕੁਝ ਉਹਦੇ ਲਈ ਇੱਕ ਅੱਛਾ ਮਾਹੌਲ ਵੀ ਹੋਣਾ ਜ਼ਰੂਰੀ ਹੈ, ਕਿਉਂਕਿ ਜੇ ਮਾੜਾ ਮਾਹੌਲ ਮਿਲੂਗਾ ਤਾਂ ਉਸੇ ਤਰ੍ਹਾਂ ਦੀ ਸਾਡੀ ਲਰਨਿੰਗ ਹੋਏਗੀ। ਸੋ ਅ ਕੰਡਿਊਸਿਵ ਐਂਡ ਹੈਲਦੀ এনवायरनमेंट should be provided for effective learning। ਉਸ ਤੋਂ ਬਾਅਦ ਲਰਨਿੰਗ ਇਜ਼ ਅ ਕੰਪਰੀਹੈਂਸਿਵ ਪ੍ਰੋਸੈਸ, यानी कि जब ਅਸੀਂ कोई चीज ਸਿੱਖਦੇ ਹਾਂ, ਮਨੁੱਖ ਕੁਝ ਸਿੱਖ ਰਿਹਾ ਹੈ ਤਾਂ ਉਹ ਸਾਰੇ ਖੇਤਰ 'ਚ ਲਰਨਿੰਗ ਹੋਏਗੀ। ਉਸਦਾ ਮੈਂਟਲ ਵਿਕਾਸ ਵੀ ਹੋ ਰਿਹਾ ਹੈ, ਉਸਦਾ ਸੋਸ਼ਲ ਵਿਕਾਸ, ਕੋਗਨੀਟਿਵ ਸਭ ਕੁਝ ਉਸਦਾ ਦਿਮਾਗ ਚਲੇਗਾ। ਓਵਰਆਲ ਹੁੰਦਾ ਹੈ ਕੰਪਰੀਹੈਂਸਿਵ ਮਤਲਬ ਹੁੰਦਾ ਹੈ ਪੂਰਾ। ਲਰਨਿੰਗ ਇਜ਼ ਗੋਲ ਡਾਇਰੈਕਟਡ ਪ੍ਰੋਸੈਸ ਐਂਡ ਪਰਪਸਫੁਲ, यानी कि ਜਿਹੜਾ ਕੋਈ ਮਨੁੱਖ ਕੁਝ ਸਿੱਖਦਾ ਹੈ ਹਮੇਸ਼ਾ ਉਹਦੇ ਦਿਮਾਗ 'ਚ ਕੁਝ ਹੁੰਦਾ ਹੈ ਕਿ ਉਹਨੇ ਇਸ ਲਈ ਸਿੱਖ ਰਿਹਾ, ਉਹ ਇਸ ਪਰਪਸ ਲਈ ਸਿੱਖ ਰਿਹਾ। ਹੁਣ ਜਿਵੇਂ ਤੁਸੀਂ ਇਹ ਵੀਡੀਓ ਵੀ ਸੁਣ ਰਹੇ ਹੋ, ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣਾ ਐਨਟੀਟੀ ਦਾ ਐਗਜ਼ਾਮ ਕਲੀਅਰ ਕਰਨਾ ਹੈ। ਸੋ ਲਰਨਿੰਗ ਹਮੇਸ਼ਾ ਗੋਲ ਡਾਇਰੈਕਟਡ ਹੁੰਦੀ ਹੈ। ਉਸ ਤੋਂ ਬਾਅਦ ਲਰਨਿੰਗ ਰੀਇਨਫੋਰਸਿਸ ਫਰਦਰ ਲਰਨਿੰਗ, यानी कि ਲਰਨਿੰਗ ਜਿਹੜੀ ਹੈ ਉਹ ਮਨੁੱਖ ਨੂੰ ਮੋਟੀਵੇਟ ਕਰਦੀ ਹੈ ਕਿ ਉਹ ਕੁਝ ਹੋਰ ਸਿੱਖੇ। ਜਿਵੇਂ ਕਿਸੇ ਚੀਜ਼ ਦੇ ਜੇ 6 ਪ੍ਰੋਸੈਸ ਹੈ, ਬੰਦਾ ਜੇ ਪਹਿਲਾ ਪ੍ਰੋਸੈਸ ਸਿੱਖ ਰਿਹਾ ਤਾਂ ਉਸਨੂੰ ਇਹ ਹੁੰਦਾ ਕਿ ਯਾਰ ਮੈਂ ਅਗਲਾ ਵੀ ਜਾਣਾ, ਅਗਲਾ ਵੀ ਸਿੱਖਾ। ਸੋ ਬੰਦੇ ਨੂੰ ਮੋਟੀਵੇਸ਼ਨ ਲਿਆਂਦੀ ਹੈ। ਸੋ ਹੁਣ ਸਾਡਾ ਨੈਕਸਟ ਫੀਚਰ ਹੈ ਲਰਨਿੰਗ ਇਜ਼ ਅ ਰਿਜ਼ਲਟ ਆਫ ਪ੍ਰੈਕਟਿਸ, यानी कि ਅਸੀਂ ਸਿੱਖਣਾ ਅਭਿਆਸ ਦਾ ਨਤੀਜਾ ਹੈ। ਅਸੀਂ ਜਿੰਨੀ ਪ੍ਰੈਕਟਿਸ ਕਰਾਂਗੇ ਅਸੀਂ ਉਸ ਚੀਜ਼ ਨੂੰ ਸਿੱਖਾਂਗੇ, ਹੋਰ ਅਸੀਂ ਉਸ 'ਚ ਨਿਪੁੰਨ ਹੋਵਾਂਗੇ। ਇਟ ਇਜ਼ ਪ੍ਰੋਪੋਰਸ਼ਨਲ ਟੂ ਐਕਸਪੀਰੀਅੰਸ ਐਂਡ ਪ੍ਰੈਕਟਿਸ, ਜਿੰਨੀ ਅਸੀਂ ਪ੍ਰੈਕਟਿਸ ਕਰਾਂਗੇ ਸਾਨੂੰ ਉਸ ਚੀਜ਼ 'ਚ ਐਕਸਪੀਰੀਅੰਸ ਆਈ ਜਾਊਗਾ। ਉਸ ਤੋਂ ਬਾਅਦ ਲਰਨਿੰਗ ਕੈਨ ਰਿਜ਼ਲਟ ਫਰੋਮ ਬੋਥ ਵਿਕਾਰੀਅਸ ਐਂਡ ਡਾਇਰੈਕਟ ਐਕਸਪੀਰੀਅੰਸ, यानी कि एक बच्चा कोई चीज देख के भी सीख सकता है या फिर वो आप उस चीज ਨੂੰ अनुभव कर सकता है एंड देन भी सीख सकता है। जिवें फॉर एग्जांपल कोई एक ਨਿਆਣਾ है, दो बच्चे है, एक ਉਹਦੇ ਵਿੱਚੋਂ ਕੋਈ एक्सपेरिमेंट परफॉर्म कर रहा है ਤਾਂ ਦੂਜਾ ਬੱਚਾ ਉਸਨੂੰ ਦੇਖ ਕੇ ਵੀ ਸਿੱਖ ਸਕਦਾ ਹੈ। सो लर्निंग इट इज बोथ डायरेक्ट एक्सपीरियंस एंड ऑब्जर्वेशन एक्सपीरियंस। सो now नेक्स्ट फीचर ऑफ लर्निंग इज कि लर्निंग एक सोशल एक्टिविटी है, यानी कि वो एक समाजिक क्रिया है। ਜਿਹੜੇ ਬੱਚਾ ਹੈ ਉਸਦੇ ਫਰੈਂਡਸ ਵੀ ਉਸ ਤੇ ਇਫੈਕਟ ਪਾਉਂਦੇ ਆ, ਉਹ ਉਹਨਾਂ ਤੋਂ ਵੀ ਕੁਝ ਸਿੱਖਦਾ ਹੈ, ਸਮਾਜ ਚੋਂ ਵੀ ਸਿੱਖਦਾ ਹੈ, ਨੇਬਰਸ ਤੋਂ, ਆਪਣੀ ਸੋਸਾਇਟੀ ਤੋਂ, ਆਪਣੇ ਸਕੂਲ ਤੋਂ, ਸਭ ਹਰ ਇੱਕ ਤੋਂ ਸਿੱਖਦਾ ਹੈ। ਸੋ ਲਰਨਿੰਗ ਇਜ਼ ਅ ਸੋਸ਼ਲ ਐਕਟੀਵਿਟੀ। देन आंदा है कि लर्निंग है वो एक प्रोसेस है, प्रोडक्ट नहीं है, यानी कि जेड़ा लर्निंग है वो एक प्रक्रिया है, वो हमेशा चलती रहती है, वो एक प्रोडक्ट नहीं है। सो यही सीगे साडे नेचर ऑफ लर्निंग, जिस च असीं समझिया कि वो एक लाइफ लॉन्ग प्रोसेस है, देन इट इज ट्रांसफरेबल। उस तो बाद असीं समझिया कि इट इज अ कॉम्प्रीहेंसिव प्रोसेस, डायरैक्ट ऑब्जर्वेशन, इट इज अ सोशल एक्टिविटी। सो यही सारे फीचर्स ने जिहड़े कि तुहानूं याद करने पैणे, क्योंकि इसी तो रिलेटेड हुण असीं अगे क्वेश्चंस भी प्रैक्टिस करोगे एंड कंसैप्ट नूं होर इन डिटेल समझोगे, ताकि तुहानूं पता लग जाए कि किस तरह के क्वेश्चंस आएंगे एंड किवें जिहड़े असीं पढ़ रहे हो साडे हेल्पफुल एंड यूजफुल है साडे एग्जाम लई। सो सब तो पहला क्वेश्चन है कि इन्हां विचों किहड़ा ट्रू है लर्निंग लई, कि एक बंदा काम नहीं कर पा रहा बीमारी करके, लर्निंग डिक्रीज कर जाती है जिवें जिवें वो बुढ़ा हो जाता है। इनिशियल लर्निंग लीड्स टू फर्दर लर्निंग, लर्निंग इज प्रेजेंट एवरीवेयर फ्रॉम ह्यूमनस टू एनिमल्स, एंड सानू पता है कि एक तरह की लर्निंग फर्दर मोटिवेट करती है कि असीं होर सीखीए, एंड लर्निंग हर एक लई एप्लीकेबल है, चाहे वो मनुख हो चाहे वो जानवर हो। सो इत्थे साडा आंसर है थर्ड एंड फोर्थ, आंसर डी। Then under which of the following is not a characteristics of learning? Learning is adjustment, goal directed purpose, it is independent of environment and depends on commitment of individual, learning is individual activity and social interaction has no role to play। And ਇੱਥੇ ਸਾਨੂੰ ਪਤਾ ਹੈ कि ਜਿਹੜੀ learning है वो एडजस्टमेंट तो हैगी है, गोल डायरेक्टेड भी है, बट ये दो गलत है, क्योंकि सोसाइटी का भी फर्क पैंदा है साडे उत्ते। कल्ले असीं कल्ले होके नहीं सिखदे, साडा समाज साडे उत्ते फर्क पांदा है, साडे दोस्त भी फर्क पांदे हैं। सो इत्थे साडा आंसर है सी, थर्ड एंड फोर्थ। हुण देखो फ्रेंड्स, एक बड़ा ही अच्छा क्वेश्चन कि एक बच्चा है, उन्हें ना 3 साल पहला जदों इंडिया पाकिस्तान का मैच देख रहा सी, उत्थे कंसैप्ट ऑफ फोर सीखिया सी कि हाँ चौका किवें हुंदा है कि जे बाउंड्री तो पार हो गया, बट उसके दोस्त कहंदे कि सानू किवें पता कि तैनू ये चीज पता है या नहीं।
ਸੋ ਇੱਥੇ ਹੁਣ ਕਿਸ ਬਾਰੇ ਗੱਲ ਹੋ ਰਹੀ ਹੈ? ਨੇਚਰ ਆਫ ਲਰਨਿੰਗ। क्या लर्निंग इज परमानेंट चेंज इन बिहेवियर, इस बारे गल हो रही है। इट इज नॉट डायरेक्टली ऑब्जर्वेबल, लर्निंग इज वर्चुअल एंड नॉट अ रियलिटी, या ऑल ऑफ द अबव। एंड सानू पता है, तुसी देखो आप सोचो, ਉਹ ਕਹਿ ਰਿਹਾ ਕਿ ਯਾਰ ਮੈਨੂੰ ਇਹ ਚੀਜ਼ ਪਤਾ ਹੈ ਕਿ ਮੈਨੂੰ ਪਤਾ ਹੈ ਯਾਰ ਚੌਕਾ ਕਿਵੇਂ ਹੁੰਦਾ ਹੈ, ਬਟ ਉਸਦੇ ਦੋਸਤ ਕਹਿੰਦੇ ਕਿ ਸਾਨੂੰ ਕਿਵੇਂ ਪਤਾ। ਸੋ ਇੱਥੇ ਇਹ ਚੀਜ਼ ਕਹਿਣਾ ਚਾਹ ਰਿਹਾ ਕਿ ਲਰਨਿੰਗ ਇਜ਼ ਨਾਟ ਡਾਇਰੈਕਟਲੀ ਆਬਜ਼ਰਵੇਬਲ। ਜਦ ਤੱਕ ਉਹ ਬੱਚਾ ਦਿਖਾ ਕੇ ਨਹੀਂ ਕੁਝ ਦੱਸਦਾ, ਉਸਦੇ ਬਿਹੇਵੀਅਰ 'ਚ ਕੁਝ ਚੇਂਜ ਨਹੀਂ ਆਤਾ, ਤਦ ਤੱਕ ਅਸੀਂ ਉਸਨੂੰ ਲਰਨਿੰਗ ਕੰਸੀਡਰ ਨਹੀਂ ਕਰਦੇ। ਸੋ ਇੱਥੇ ਸਾਡਾ ਆਨਸਰ ਹੈ ਬੀ, ਲਰਨਿੰਗ ਇਜ਼ ਨਾਟ ਡਾਇਰੈਕਟਲੀ ਆਬਜ਼ਰਵੇਬਲ। ਇਸ ਬਾਰੇ ਗੱਲ ਹੋ ਰਹੀ ਹੈ। ਹੁਣ of which of the following will you agree कि learning एक product है, it is evidenced through marks based test, it is possible for intelligent students only, या it is continuous throughout the life। and सानू पता है इत्थे learning हमेशा continuous होंदी है, it is a lifelong process। so answer है D। ਹੁਣ देखो टीचर एनकरेज कर रही है ग्रुप एक्टिविटीज इन अ क्लास। सो ये किस बारे कह रहा है कि लर्निंग इत्थे लाइफ लॉन्ग प्रोसेस है, सोशल एक्टिविटी है, या इन्फ्लुएंस्ड है बाय मैचुरेशन, या नन ऑफ द अबव। ਹੁਣ ਤੁਸੀਂ ਆਪ ਸੋਚੋ ਕਿ ਟੀਚਰ ਇੱਕ ਗਰੁੱਪ 'ਚ ਕੰਮ ਕਰਨ ਨੂੰ ਕਹਿ ਰਹੀ ਹੈ, ਯਾਨੀ ਕਿ ਬਹੁਤ ਸਾਰੇ ਲੋਕ, ਤਾਂ ਜਦ ਬਹੁਤ ਸਾਰੇ ਲੋਕ ਆ ਗਏ ਤਾਂ ਉਹ ਇੱਕ ਸਮਾਜਿਕ ਐਕਟੀਵਿਟੀ ਬਣ ਗਈ। ਸਿੱਖਣਾ ਇੱਕ ਸਮਾਜਿਕ क्रिया है। सो ਇੱਥੇ ਸਾਡਾ ਆਨਸਰ ਹੈ बी, लर्निंग इज अ सोशल एक्टिविटी। सो फ्रेंड्स देखो ਅਸੀਂ ਹੁਣ ਇਸ क्वेश्चन 'ਚ ਇੱਕ ਨਈ ਚੀਜ਼ ਸਿੱਖਾਂਗੇ। ਇਸ 'ਚ ਪੁੱਛਿਆ ਹੈ ਕਿ ਜੇ ਇੱਕ ਬੱਚੇ ਨੂੰ ਸਾਈਕਲ ਚਲਾਣੀ ਹੈ ਤਾਂ ਉਸਨੂੰ ਇੱਕ ਉਮਰ ਹੋਣੀ ਚਾਹੀਦੀ ਹੈ ਸਾਈਕਲ ਚਲਾਉਣ ਦੀ। ਤਾਂ ਇੱਥੇ ਕਿਸ ਬਾਰੇ ਗੱਲ ਹੋ ਰਹੀ ਹੈ? क्या सीखना एक जीवन भर ਦੀ ਪ੍ਰਕਿਰਿਆ ਹੈ, ਇੱਕ ਸਮਾਜਿਕ क्रिया है, एडजस्टमेंट है, या ਇਹਨਾਂ 'ਚੋਂ ਕੁਝ ਵੀ ਨਹੀਂ। ਐਂਡ ਸਾਨੂੰ ਹਲੇ ਤੱਕ ਤਾਂ ਇਹਨਾਂ 'ਚੋਂ ਕੁਝ ਨਹੀਂ ਲੱਗ ਰਿਹਾ। ਲਾਈਫ ਲੌਂਗ ਪ੍ਰੋਸੈਸ ਦਾ ਵੀ ਏਜ ਤੇ ਸਾਈਕਲ ਨਾਲ ਚਲਾਣਾ ਕੁਝ ਨਹੀਂ ਹੈ, सोशल एक्टिविटी ਦਾ ਵੀ ਨਹੀਂ ਹੈ, एडजस्टमेंट ਦਾ ਵੀ ਨਹੀਂ ਹੈ। ਇੱਥੇ ਹੁਣ ਗੱਲ ਹੋ ਰਹੀ ਹੈ ਸਾਡੀ मैचुरेशन ਬਾਰੇ, परिपक्वता। यानी कि जो कहती है कि जब तक एक न्याणा या बच्चा एक एज अटेन नहीं कर लेंदा किसी चीज नूं सीखण दी, तद तक असी उसनूं ये चीज सिखा नहीं सकते। जिवें हुण ये तां नहीं कि असी 5वीं क्लास के बच्चे नूं एलजेब्रा या डिफरेंसीएशन सिखा दूंगे। सो यही चीज है कि इत्थे साडा आंसर नन ऑफ द अबव है, क्योंकि इत्थे लर्निंग साडी डिपेंड कर रही है मैचुरेशन दे उत्ते, परिपक्वता। ਹੁਣ ਨੈਕਸਟ ਕੁਐਸਚਨ ਹੈ ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ ਇਫੈਕਟਿਵ ਲਰਨਿੰਗ ਉੱਤੇ ਫੋਕਸ ਕਰੇਗੀ। ਇਹ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਦੇ ਕੁਐਸਚਨਸ ਜਾਣਨਾ, ਕਿਉਂਕਿ ਇਹ ਟੀਚਰ ਐਂਡ ਸਟੂਡੈਂਟ ਲਈ ਹੈਲਪ ਕਰਦੇ ਹਨ ਕਿ ਕਿਵੇਂ ਬੱਚੇ ਨੂੰ ਅਸੀਂ ਮੋਟੀਵੇਟ ਕਰਨਾ ਹੈ ਕਿ ਉਹ ਹੋਰ ਪੜ੍ਹ ਸਕੇ। ਤਾਂ ਕਿਆ ਹੁਣ ਬੱਚੇ ਨੂੰ ਅਸੀਂ ਕਹਿਣਾ ਕਿ ਸਿਰਫ ਉਹ ਕਲਾਸ ਬੋਰਡ ਉੱਤੇ मतलब देखी जाए ब्लैक बोर्ड उत्ते, या फिर वो बहुत एन अच्छी तरह बुक्स किताबां तो पढ़ी जाए, अंडरस्टैंड करे चीज़ां नूं ताकि वो फ्यूचर च डॉक्टर बन सके, या फिर वो हमेशा रट्टा मारे। एंड सानू पता है कि साडी लर्निंग गोल डायरेक्टेड हुंदी है, असी साडे दिमाग च कुछ हुंदा है। सो इत्थे जे असी चीज़ां नूं अच्छी तरह समझ रहे ताकि असी वड्डे होके डॉक्टर बन सके। सो इत्थे साडी इफेक्टिव लर्निंग हो रही है। सो आंसर इज सी ओवर हेयर। Then which of the following is not a characteristics of learning? ਇਹਨਾਂ ਚੋਂ ਕਿਹੜਾ ਨਹੀਂ ਹੈ? Change in behavior, it helps in proper adjustment, it is the product of activity and environment, it is a product not a process। and ਸਾਨੂੰ ਪਤਾ ਹੈ learning ਇੱਕ process ਹੁੰਦਾ ਹੈ ਸਾਡਾ, product ਨਹੀਂ। ਸੋ ਇੱਥੇ ਸਾਡਾ ਆਨਸਰ ਹੈ D। Which of the following is learning? देखो सारे थोड़े इस क्वेश्चन ज्यादातर यही चीज ने करैक्टरिस्टिक्स उत्ते। सो थानू ये बहुत जरूरी है कि थानू नेचर ऑफ लर्निंग याद हो, क्योंकि यही आ जाता है कि इन्हां चों किहड़ी चीज करैक्टरिस्टिक्स नहीं है। सो सानू जे इफ सारे याद ही नहीं होंगे तुसी आंसर नहीं कर पाओगे। हुण इहदे चों पुछिआ स्नीजिंग व्हेन एनी पार्टिकल एंटर्स योर नोज, मदर फीडिंग द चाइल्ड व्हेन ही क्राइज, breathing to sustain your life, exploring the garden to know about flowers। ਇਹਨਾਂ ਚੋਂ learning ਕਿਹੜੀ ਹੈ? ਹੁਣ ਇੱਥੇ ਬੱਚੋ ਦੇਖੋ ਧਿਆਨ ਨਾਲ ਦੇਖੋ, ਜਿਹੜੀ ਆ ਪਹਿਲਾ ਤਿੰਨ ਚੀਜ਼ਾਂ ਲਿਖੀਆਂ ਨੇ, ਜਦ ਤੁਸੀਂ ਛਿੱਕ ਮਾਰਦੇ ਹੋ, sneeze ਕਰਦੇ ਹੋ, ਤਾਂ ਇਹ ਚੀਜ਼ natural ਹੈ ਕਿ ਹਾਂ ਉਹ ਆ ਜਾਏਗੀ। ਇੱਕ ਬੱਚਾ, ਇੱਕ ਮਦਰ ਫੀਡ ਕਰ ਰਹੀ ਹੈ ਬੱਚੇ ਨੂੰ, ਜਦ ਉਹ ਰੋ ਰਿਹਾ, ਇਹ ਵੀ natural ਹੈ। एंड तुसी ब्रीथ साह ले रहे हो तो है ही है कि इनेट है। सो कुछ चीज़ां होंदियां ने जिहड़े असीं बाहरों सीखदे, जिद्दां हुण असीं एक्सप्लोर कर रहे हैं गार्डन। सो ये चीज़ लर्निंग है साडी। ਇਹ वाली तीन चीज़ां साडे अंदर पहला तो ही ने कि हाँ साडी समझ है। सो ऑल दीज इत्थे लर्निंग साडी हुंदी है फोर कि असीं एक्सप्लोर कर रहे हैं गार्डन बारे, होर जान रहे ने।
ਹੁਣ ਹੈ which of the following factor supports meaningful learning in the classroom? ਇਨਕਰੀਜ਼ ਕਰਨਾ ਬੱਚੇ ਦੇ ਨੰਬਰ ਆਫ ਟੈਸਟ ਕਿ ਉਹ ਹੋਰ ਤਿਆਰੀ ਕਰ ਸਕੇ ਜਾਂ ਫਿਰ ਉਸਨੂੰ ਰਿਵਾਰਡਸ ਦੇਣਾ, then following only the lecture mode ਕਿ ਸਿਰਫ ਪੜ੍ਹਾਈ ਜਾਣਾ, ਕੁਝ ਐਗਜ਼ਾਮਪਲਸ ਨਹੀਂ ਦੇਣਾ, ਉਹ ਫੋਲੋ ਕਰਨਾ, ਜਾਂ ਫਿਰ ਸ਼ੋ ਕਰਨਾ genuine interest in the content matter and having concern for children's overall well-being। ਸੋ ਤੁਹਾਨੂੰ ਇੱਥੇ ਦੇਖੋ ਪੜ੍ਹ ਕੇ ਹੀ ਪਤਾ ਲੱਗ ਰਿਹਾ ਹਮੇਸ਼ਾ ਉਹ ਚੀਜ਼ ਸਹੀ ਹੈ ਜੋ ਬੱਚੇ ਲਈ ਹੈਲਪਫੁਲ ਹੋਏ, ਟੀਚਰ ਨੂੰ ਵੀ ਪੋਜ਼ਿਟਿਵ ਰਿਵਿਊ ਦੇਵੇ। ਕਦੇ ਵੀ ਬੱਚੇ ਨੂੰ ਅਸੀਂ ਕ੍ਰੈਮ ਨਹੀਂ ਕਹਿੰਦੇ, ਕਦੇ ਇਹ ਨਹੀਂ ਕਹਿੰਦੇ ਕਿ ਉਹ ਰੱਟਾ ਮਾਰੇ, ਜਾਂ ਫਿਰ ਉਸਨੂੰ ਹਮੇਸ਼ਾ ਕਦੇ ਲਾਲਚ ਨਹੀਂ ਦਿੱਤਾ ਜਾਂਦਾ। ਉਹ ਚੀਜ਼ ਦੇਖੀ ਜਾਂਦੀ ਹੈ ਜੋ ਉਸਦੀ ਓਵਰਆਲ ਪਰਸਨੈਲਿਟੀ ਤੇ ਇਫੈਕਟ ਪਾਏ। ਸੋ ਇੱਥੇ ਸਾਡਾ ਆਨਸਰ ਹੈ 4th। ਹੁਣ ਦੇਖੋ ਕਿੰਨਾ ਹੀ ਅੱਛਾ ਕੁਐਸਚਨ ਹੈ, ਇਹਦੇ ਚ ਪੁੱਛਿਆ ਹੈ ਕਿ which of the following is not a key process? repetition and practice, guidance and direction, exploration and interaction ਜਾਂ memorization and recall। ਕਿ ਯਾਨੀ ਵਿੱਚ ਇਹਨਾਂ ਚੋਂ ਕਿਹੜੀ ਹੈਲਪਫੁਲ ਨਹੀਂ ਹੋਏਗੀ ਲਰਨਿੰਗ ਲਈ। ਸਾਨੂੰ ਪਤਾ ਹੈ ਇੱਥੇ ਅਸੀਂ ਬੱਚੇ ਨੂੰ ਬਾਰ-ਬਾਰ ਰੱਟਾ ਨਹੀਂ ਮਰਵਾਣਾ, ਯਾਦ ਨਹੀਂ ਕਰਾਈ ਜਾਣੀ ਚੀਜ਼। ਸੋ ਇੱਥੇ ਸਾਡਾ ਆਨਸਰ ਹੈ memorization and recall। ਕਿਉਂਕਿ repetition and practice ਅਸੀਂ ਪੜਿਆ ਕਿ learning is a result of practice। ਅਸੀਂ guidance provide ਕਰ ਰਹੇ, direction goal directed ਹੈ, ਅਸੀਂ explore ਕਰ ਰਹੇ, ਸਮਾਜ ਨਾਲ interact ਕਰ ਰਹੇ। ਸੋ ਇੱਥੇ ਸਾਡਾ ਆਨਸਰ memorization and recall। it is not a key process। ਹੁਣ ਕੁਐਸਚਨ ਹੈ ਸਾਡਾ ਕਿ ਇਹਨਾਂ ਵਿੱਚੋਂ ਸਿੱਖਣ ਦੀ ਸਭ ਤੋਂ ਵਧੀਆ ਅਵਸਥਾ ਕਿਹੜੀ ਹੈ? ਕਿ ਔਸਤ ਜਾਗਰੂਕਤੀ, ਕੋਈ ਡਰ ਨਹੀਂ, ਕੋਈ ਜਾਗਰੂਕਤੀ ਨਹੀਂ, ਕੋਈ ਡਰ ਨਹੀਂ, ਉੱਚ ਜਾਗਰੂਕਤੀ, ਉੱਚ ਡਰ, ਜਾਂ ਘੱਟ ਉਚੇਤਤਾ, ਉੱਚ ਡਰ। ਹੁਣ ਜਾਗਰੂਕਤੀ ਹੁੰਦੀ ਹੈ ਕਿ ਬੱਚਾ ਅੰਦਰ ਤੋਂ ਜਾਣਨਾ ਚਾਹੁੰਦਾ ਹੈ, ਕੁਝ ਸਿੱਖਣਾ ਚਾਹੁੰਦਾ ਹੈ ਕਿ ਯਾਰ ਮੈਨੂੰ ਇਹ ਜਾਣਨਾ, ਮੈਨੂੰ ਐਕਸਪਲੋਰ ਕਰਨਾ ਹੈ। ਸੋ ਇੱਥੇ ਤੁਸੀਂ ਆਪ ਸੋਚੋ ਜਦ ਬੱਚੇ ਅੰਦਰ ਕੋਈ ਫੀਅਰ ਨਹੀਂ ਹੋਏਗਾ ਕਿ ਟੀਚਰ ਉਸਨੂੰ ਕਿਵੇਂ ਕਹੇਗੀ, ਡਾਂਟੇਗੀ ਨਹੀਂ, ਐਂਡ ਉਸ ਚ ਮੋਡਰੇਟ ਅਰੋਜ਼ਲ ਹੋਏਗਾ। ਸੋ ਇੱਥੇ ਸਾਡਾ ਆਨਸਰ ਵੀ ਫਰਸਟ ਹੈ। ਵੈਸੇ ਤਾਂ ਸਾਡਾ ਅਰੋਜ਼ਲ ਹਾਈ ਹੋਣਾ ਚਾਹੀਦਾ, ਬਟ ਇੱਥੇ ਡਰ ਆ ਰਿਹਾ, ਸੋ ਇੱਥੇ ਸਾਡਾ ਆਪਸ਼ਨ ਇਹ ਚੀਜ਼ ਨਹੀਂ ਆਏਗੀ, ਹਾਈ ਫੀਅਰ ਨਹੀਂ। ਕਦੇ ਵੀ ਡਰ ਨਾਲ ਨਹੀਂ ਪੜਾਇਆ ਜਾ ਸਕਦਾ। ਜੇ ਅਸੀਂ ਕਿਸੇ ਨੂੰ ਕੁਝ ਸਿਖਾਣਾ ਵੀ ਹੈ ਤਾਂ ਹਮੇਸ਼ਾ ਉਸਨੂੰ ਮੋਡਰੇਟ ਅਰੋਜ਼ਲ ਹੀ ਰਹੇਗਾ ਐਂਡ ਡਰ ਨਹੀਂ ਰਹੇਗਾ ਉਸ ਚੀਜ਼ 'ਚ। So next question देखो, the discipline which has a significant role in a learning environment is of the kind which helps to create silence, teachers to give instructions, children rote memorize, ਪਾਠਾਂ ਨੂੰ ਯਾਦ ਕਰਦੇ ਨੇ, ਜਾਂ regulate ਕਰਦੇ ਹੈ ਆਪਣੇ environment ਨੂੰ, learning ਨੂੰ। So ਇੱਥੇ ਸਾਨੂੰ ਪਤਾ ਹੈ ਕਿ ਜਦ ਬੱਚਾ regulate ਕਰ ਰਿਹਾ, ਆਪਣੀ monitor ਕਰ ਰਿਹਾ learning, ਉਸਨੂੰ ਅਸੀਂ ਕਹਿੰਦੇ ਨੇ ਕਿ effective learning। So here your answer is 4th। नेक्स्ट क्वेश्चन है विच ऑफ द फॉलोइंग बिलीफ इज गुड फॉर लर्निंग? कि एफर्ट्स कोई भी अंतर नहीं लियांदे, फेलियर असफलता बेकाबू है, एबिलिटी इज इंप्रूवेबल, एबिलिटी इज फिक्स्ड। एंड सानू पता है ਜਿਹੜੀ ਸਾਡੀ ਲਰਨਿੰਗ ਦੇ ਲਈ ਬਿਲੀਫ ਅੱਛਾ ਹੈ ਉਹ ਇਹ ਚੀਜ਼ ਹੈ ਕਿ ਜਿਹੜੀ ਸਾਡੀ ਯੋਗਤਾ ਹੈ ਉਹ ਹਮੇਸ਼ਾ ਇੰਪਰੂਵ ਹੋ ਸਕਦੀ ਹੈ। ਇਹ ਚੀਜ਼ ਅਸੀਂ ਕਦੇ ਨਹੀਂ ਸੋਚਣੀ ਕਿ ਯਾਰ ਅਸੀਂ ਮਿਹਨਤ ਕਰੂੰਗੇ ਤਾਂ ਇਹ ਚੀਜ਼ ਰਿਜ਼ਲਟ ਨਹੀਂ ਲਿਆਊਗੀ। ਹਮੇਸ਼ਾ ਅਸੀਂ ਜਿੰਨੀ ਵੀ ਮਿਹਨਤ ਕਰੋਗੇ ਉਹ ਕੁਝ ਨਾ ਕੁਝ ਸਾਡੇ ਲਈ ਬਹੁਤ ਮਹੱਤਵ ਰੱਖੇਗੀ। ਸੋ ਇੱਥੇ ਸਾਡਾ ਆਨਸਰ ਹੈ ਐਬਿਲਿਟੀ ਇਜ਼ ਇੰਪਰੂਵੇਬਲ। ਹੁਣ ਦੇਖੋ ਇੱਕ ਨੈਕਸਟ ਕੁਐਸਚਨ ਬੜਾ ਹੀ ਅੱਛਾ ਵਾਲਾ ਹੈ ਕਿ ਫਿਜ਼ੀਕਲ ਐਂਡ ਇਮੋਸ਼ਨਲ ਹੈਲਥ ਆਫ ਚਿਲड्रन ਡੈਸ਼ देयर ਲਰਨਿੰਗ। यानी कि ਇੱਕ ਬੱਚੇ ਦਾ ਜੇ ਸਰੀਰ ਅੱਛਾ ਹੈ ਤੇ ਉਸਦੇ ਇਮੋਸ਼ਨਸ ਅੱਛੇ ਹੈ ਤਾਂ ਉਹ ਲਰਨਿੰਗ 'ਚ ਕੀ ਰੋਲ ਪਲੇ ਕਰਨਗੇ? क्या ਉਹ ਰਿਲੇਟਿਡ ਨਹੀਂ ਹੈ, या कोई वो महत्वपूर्ण नहीं रखते, या इन्फ्लुएंस नहीं करते, या फिर बहुत इंपॉर्टेंट रोल प्ले करते। एंड सानू पता है जे एक बच्चे का माहौल अच्छा है तो लर्निंग उत्थे बहुत इंपॉर्टेंट रोल प्ले करती है। सो इत्थे साडा आंसर है डी, प्लेज एन इंपॉर्टेंट रोल इन लर्निंग। सो फ्रेंड्स यही सीगे साडे लर्निंग दे फीचर्स, उस तो रिलेटेड क्वेश्चंस। जे थानू कंसेप्ट समझ आया एंड तुसी चाहते हो कि इस चैनल ते जल्द तो जल्द वीडियोस पे, तब प्लीज चैनल को सब्सक्राइब करो, लाइक करो, शेयर करो अपने फ्रेंड्स नाल, एंड सानू कमेंट करके भी जरूर दसो। ते अपनी तैयारी नू ऐदां ही कंटिन्यू रखो। थैंक यू वेरी मच।